ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਲ ਉੱਪਰ ਕਲਿੱਕ ਕਰ ਲਓ। ਇਹ ਘਟਨਾ ਸਨ 1727 ਦੀ ਹੈ, ਜਦੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਬਹਾਦਰ ਸਿੰਘ ਦੇ ਸਪੁੱਤਰ ਦਾ ਸ਼ੁਭ ਵਿਆਹ ਰਚਿਆ ਗਿਆ ਸੀ। ਵਿਆਹ ਦੇ ਸ਼ੁਭ ਮਹੂਰਤ ਕਰਕੇ ਘਰ ਵਿੱਚ ਬੜੀ ਜ਼ਿਆਦਾ ਚਹਿਲ ਪਹਿਲ ਸੀ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਕਿ ਕਿਸੇ ਚੁਗਲਖੋਰ ਨੇ ਇਨਾਮ ਦੇ ਲਾਲਚ ਵਿੱਚ ਆ ਕੇ ਮੁਗਲ ਫੌਜ ਨੂੰ ਸੂਚਨਾ ਦੇ ਦਿੱਤੀ ਕਿ ਚਵਿੰਡਾ ਗ੍ਰਾਮ ਵਿੱਚ ਇੱਕ ਵਿਆਹ ਹੋ ਰਿਹਾ ਹੈ, ਜਿਸ ਕਰਕੇ ਦੂਰ ਦੂਰ ਤੋਂ ਸਿੱਖ ਲੋਕ ਆਣ ਕੇ ਇਕੱਠੇ ਹੋਏ ਹਨ। ਇਹੀ ਮੌਕਾ ਹੈ ਕਿ ਉਹਨਾਂ ਇਕੱਠਿਆਂ ਨੂੰ ਦਬੋਚ ਲਿਆ ਜਾਵੇ। ਤਾਂ ਇਹ ਖਬਰ ਮਿਲਦਿਆਂ ਹੀ ਮੁਗਲ ਫੌਜ ਦੀ ਇੱਕ ਟੁਕੜੀ ਘੋੜਿਆਂ ਤੇ ਸਵਾਰ ਹੋ ਕੇ ਸਿੱਖਾਂ ਉੱਤੇ ਹਮਲਾ ਬੋਲਣ ਲਈ ਚੱਲ ਪਈ। ਦੂਸਰੇ ਪਾਸੇ ਸਿੱਖ ਵੀਰਾਂ ਨੂੰ ਪਹਿਲਾਂ ਤੋਂ ਹੀ ਖਬਰ ਹੋ ਗਈ ਕਿ ਮੁਗਲ ਫੌਜ ਦੀ ਟੁਕੜੀ ਸਾਡੇ ਉੱਤੇ ਚੜ੍ਹਾਈ ਕਰਨ ਆ ਰਹੀ ਹੈ, ਤੇ ਇਹ ਖਬਰ ਮਿਲਦਿਆਂ ਹੀ ਸਾਰੇ ਸਿੱਖ ਸੁਚੇਤ ਹੋ ਗਏ। ਸਿੱਖਾਂ ਨੇ ਸਮਾਂ ਰਹਿੰਦਿਆਂ ਹੀ ਆਪੋ ਆਪਣੇ ਸ਼ਸਤਰ ਸੰਭਾਲੇ ਤੇ ਲੜਾਈ ਵਾਸਤੇ ਤਿਆਰ ਹੋ ਕੇ ਖੜੇ ਹੋ ਗਏ। ਜਦੋਂ ਇਸ ਗੱਲ ਦੀ ਖਬਰ ਉਸ ਗ੍ਰਾਮ ਦੇ ਚੌਧਰੀ ਨੂੰ ਲੱਗੀ ਤਾਂ ਉਸਨੇ ਸਿੱਖਾਂ ਨਾਲ ਮਿਲ ਕੇ ਵਿਚਾਰ ਕੀਤੀ ਕਿ ਵਿਆਹ ਦਾ ਸ਼ੁਭ ਸਮਾਂ ਹੈ ਤੇ ਇਸ ਸ਼ੁਭ ਮੌਕੇ ਤੇ ਖੂਨ ਖਰਾਬਾ ਚੰਗਾ ਨਹੀਂ ਹੈ। ਚੌਧਰੀ ਨੇ ਇਸ ਖੂਨ ਖਰਾਬੇ ਦੀ ਘੜੀ ਨੂੰ ਟਾਲਣ ਲਈ ਸਿੱਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਕੁਝ ਸਮੇਂ ਵਾਸਤੇ ਜੰਗਲ ਵਿੱਚ ਚਲੇ ਜਾਓ ਤੇ ਮੈਂ ਉਸ ਮੁਗਲ ਫੌਜ ਦੀ ਟੁਕੜੀ ਨੂੰ ਸਮਝਾ ਬੁਝਾ ਕੇ ਕਿਸੇ ਨਾ ਕਿਸੇ ਤਰ੍ਹਾਂ ਵਾਪਿਸ ਭੇਜ ਦੇਵਾਂਗਾ। ਤਾਂ ਸਿੱਖ ਵੀਰਾਂ ਨੇ ਚੌਧਰੀ ਦੀ ਇਸ ਗੱਲ ਨੂੰ ਉਚਿਤ ਸਮਝਿਆ ਤੇ ਉਹਨਾਂ ਨੇ ਅਜਿਹਾ ਹੀ ਕੀਤਾ। ਉਧਰ ਜਦੋਂ ਮੁਗਲ ਫੌਜ ਸਿੱਖਾਂ ਦੇ ਵਿਆਹ ਵਾਲੇ ਘਰ ਆਣ ਪਹੁੰਚੀ ਤਾਂ ਉਹਨਾਂ ਨੂੰ ਉੱਥੇ ਕੋਈ ਵੀ ਕੇਸਧਾਰੀ ਸਿੱਖ ਦਿਖਾਈ ਨਹੀਂ ਦਿੱਤਾ, ਪਰ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਨੂੰ ਜੋ ਸੂਚਨਾ ਉਹਨਾਂ ਦੇ ਗੁਪਤਚਰ ਨੇ ਦਿੱਤੀ ਹੈ ਉਹ ਗਲਤ ਨਹੀਂ ਹੋ ਸਕਦੀ, ਤੇ ਉਹ ਮੁਗਲ ਫੌਜੀ ਹਵੇਲੀ ਦੀ ਤਲਾਸ਼ੀ ਲੈਣ ਲਈ ਜ਼ੋਰ ਦੇਣ ਲੱਗੇ। ਤਾਂ ਇਸ ਉੱਤੇ ਚੌਧਰੀ ਨੇ ਕਿਹਾ ਕਿ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਹਾਡਾ ਇੱਕ ਵਿਅਕਤੀ ਅੰਦਰ ਜਾ ਕੇ ਦੇਖ ਸਕਦਾ ਹੈ, ਕਿਉਂਕਿ ਅੰਦਰ ਇੱਕ ਵੀ ਪੁਰਖ ਨਹੀਂ ਹੈ ਬਲਕਿ ਸਾਰੀਆਂ ਔਰਤਾਂ ਹੀ ਹਨ। ਤਾਂ ਚੌਧਰੀ ਦੇ ਮੂੰਹੋਂ ਇਹ ਗੱਲ ਸੁਣਦੇ ਹੀ ਸਾਰੇ ਮੁਗਲ ਫੌਜੀਆਂ ਨੇ ਕਿਹਾ ਕਿ ਇਸ ਤੋਂ ਚੰਗਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ, ਚਲੋ ਅੰਦਰ ਜਾ ਕੇ ਔਰਤਾਂ ਨੂੰ ਹੀ ਦਬੋਚ ਲਈਏ। ਫੌਜ ਦੀ ਟੁਕੜੀ ਨੇ ਆਪਸ ਵਿੱਚ ਸਲਾਹ ਕੀਤੀ ਕਿ ਪਹਿਲਾਂ ਤਾਂ ਅਸੀਂ ਇਹਨਾਂ ਔਰਤਾਂ ਦੀਆਂ ਇੱਜ਼ਤਾਂ ਨੂੰ ਲੁੱਟਾਂਗੇ ਤੇ ਫਿਰ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ। ਤੇ ਇਹ ਸਲਾਹ ਕਰਨ ਤੋਂ ਬਾਅਦ ਮੁਗਲ ਫੌਜ ਹਵੇਲੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਮੁਗਲ ਫੌਜੀਆਂ ਦੀ ਇਸ ਬਦਨੀਅਤੀ ਦਾ ਉੱਥੇ ਖੜੀ ਇੱਕ ਬਜ਼ੁਰਗ ਔਰਤ ਨੂੰ ਪਤਾ ਚੱਲ ਗਿਆ ਤੇ ਉਸ ਬਜ਼ੁਰਗ ਔਰਤ ਨੇ ਹਵੇਲੀ ਦੇ ਅੰਦਰ ਜਾ ਕੇ ਉੱਥੇ ਮੌਜੂਦ ਸਾਰੀਆਂ ਔਰਤਾਂ ਨੂੰ ਆਪਣੇ ਆਪ ਦੀ ਰੱਖਿਆ ਲਈ ਮਰ ਮਿਟਣ ਲਈ ਪ੍ਰੇਰਿਤ ਕਰ ਦਿੱਤਾ ਤੇ ਕਿਹਾ ਕਿ ਅਸੀਂ ਸਿੱਖਾਂ ਦੀਆਂ ਬਹਾਦਰ ਬੱਚੀਆਂ ਹਾਂ, ਜੇਕਰ ਸਾਡੀ ਇੱਜ਼ਤ ਨਾ ਰਹੀ ਤਾਂ ਫਿਰ ਸਾਡਾ ਕੁਝ ਵੀ ਨਹੀਂ ਰਹੇਗਾ। ਬਸ ਫਿਰ ਕੀ ਸੀ, ਸਿੱਖ ਕੌਮ ਦੀਆਂ ਉਹ ਦਲੇਰ ਔਰਤਾਂ ਨੇ ਆਪੋ ਆਪਣੇ ਹੱਥਾਂ ਵਿੱਚ ਘਰੇਲੂ ਔਜ਼ਾਰ ਹੀ ਫੜ ਲਏ ਤੇ ਮੋਰਚਾ ਬਣਾ ਕੇ ਬੈਠ ਗਈਆਂ। ਵਿਆਹ ਹੋਣ ਦੇ ਕਰਕੇ ਉਸ ਵੇਲੇ ਹਵੇਲੀ ਦੇ ਅੰਦਰ ਲਗਭਗ 60 ਔਰਤਾਂ ਸਨ ਤੇ 60 ਔਰਤਾਂ ਨੇ ਆਪਣੇ ਹੱਥਾਂ ਵਿੱਚ ਕੁਲਾੜੀ, ਦਾਤੀ, ਤੰਛਾ, ਸੋਟੇ ਤੇ ਕਿਰਪਾਨ ਆਦਿ ਲੈ ਕੇ ਮੁਗਲ ਫੌਜੀਆਂ ਉੱਤੇ ਹਮਲਾ ਬੋਲ ਦਿੱਤਾ। ਔਰਤਾਂ ਨੇ ਪੂਰੀ ਹਿੰਮਤ ਤੇ ਹੋਸ਼ ਨਾਲ ਉਸ ਮੁਗਲ ਫੌਜ ਦਾ ਸਾਹਮਣਾ ਕੀਤਾ ਤੇ ਕੁਝ ਹੀ ਮਿੰਟਾਂ ਵਿੱਚ ਕਈ ਮੁਗਲ ਫੌਜੀ ਧਰਤੀ ਉੱਤੇ ਡਿੱਗਦੇ ਹੋਏ ਪਾਣੀ ਮੰਗਣ ਲੱਗੇ। ਤਾਂ ਮੁਗਲ ਫੌਜੀਆਂ ਨੂੰ ਧਰਤੀ ਉੱਤੇ ਡਿੱਗਦਾ ਵੇਖ ਕੇ
ਸਿੱਖ ਬੀਬੀਆਂ ਦਾ ਮਨੋਬਲ ਹੋਰ ਵੀ ਜਾਗਰਤ ਹੋ ਗਿਆ ਤੇ ਉਹਨਾਂ ਨੇ ਆਪਣੀ ਜਾਨ ਦੀ ਬਾਜੀ ਲਗਾ ਕੇ ਵੈਰੀਆਂ ਨੂੰ ਧੂਲ ਚਟਾਉਣੀ ਸ਼ੁਰੂ ਕਰ ਦਿੱਤੀ। ਇਸ ਪ੍ਰਕਾਰ ਕਈ ਸਾਰੇ ਫੌਜੀ ਉੱਥੇ ਹੀ ਮਾਰੇ ਗਏ ਤੇ ਬਾਕੀ ਜਿਹੜੇ ਬਚ ਗਏ ਉਹ ਜ਼ਖਮੀ ਹਾਲਤ ਵਿੱਚ ਉੱਥੋਂ ਜਾਨ ਬਚਾ ਕੇ ਭੱਜ ਗਏ। ਗੁਰੂ ਪਿਆਰਿਓ, ਔਰਤਾਂ ਨੇ ਸਮੇਂ-ਸਮੇਂ ਉੱਤੇ ਆਪਣੇ ਹੱਥ ਵਿਖਾ ਕੇ ਸਨਮਾਨ ਪ੍ਰਾਪਤ ਕੀਤਾ ਹੈ। ਔਰਤ ਝਾਂਸੀ ਦੀ ਰਾਣੀ ਹੈ, ਰਣਚੰਡੀ ਹੈ, ਦੁਰਗਾ ਹੈ, ਮਾਈ ਭਾਗ ਕੌਰ ਹੈ, ਬੀਬੀ ਦੀਪ ਕੌਰ ਹੈ। ਇਸ ਲਈ ਇੱਕ ਔਰਤ ਨੂੰ ਆਪਣੇ ਆਪ ਨੂੰ ਕਦੀ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਸਤਿਨਾਮ ਸ਼੍ਰੀ ਵਾਹਿਗੁਰੂ।